ਫਿਨਲੈਂਡ ਜਿਹੜਾ ਫਿਨਲੈਂਡ ਤੇ ਸਵੀਡਨ ਦੋਹਾਂ ਮੁਲਕਾਂ ਦੇ ਵੱਲੋਂ ਆਪਾਂ ਜਿਹੜਾ ਵੇਖਿਆ ਸੀਗਾ, ਆਪਾਂ ਰਿਪੋਰਟ ਵੀ ਕਰਦੇ ਰਹੇ ਹਾਂ ਕਿ ਦੋਹਾਂ ਮੁਲਕਾਂ ਦੇ ਵੱਲੋਂ ਐਪਲੀਕੇਸ਼ਨ ਕੀਤੀ ਗਈ ਸੀਗੀ ਨੇਟੋ, ਜਿਹੜਾ ਕਿ ਇੱਕ ਮਿਲਟਰੀ ਇਤਿਹਾਦ ਹੈ। ਮਿਲਟਰੀ ਜਿਹੜੀਆਂ ਵੱਖ-ਵੱਖ ਇਹ ਹੁਣ 31 ਦੇਸ਼ ਹੋ ਗਏ ਨੇ ਫਿਨਲੈਂਡ ਦੇ ਨਾਲ, ਪਹਿਲਾਂ 30 ਸੀਗੇ। ਲਾਸਟ ਜਿਹੜਾ ਇਹਨਾਂ ਨੇ 2020 ਦੇ ਵਿੱਚ ਇੱਕ ਨਾਰਥ ਮੈਸੀਡੋਨੀਆ ਜਿਹੜਾ ਉਹ ਐਡ ਹੋਇਆ ਸੀਗਾ ਇਸ ਜਿਹੜਾ ਮਿਲਟਰੀ ਅਲਾਇੰਸ ਦੇ ਵਿੱਚ। ਤੇ ਹੁਣ ਜਿਵੇਂ ਤੁਹਾਨੂੰ ਦੱਸਿਆ ਕਿ 31 ਹੋ ਗਏ ਨੇ, ਤੇ ਇਹ ਇਹਨਾਂ ਦਾ ਮੋਸਟਲੀ ਇਹ ਆ ਕਿ ਇੱਕ ਮੁਲਕ ਦੇ ਉੱਤੇ ਹਮਲਾ ਹੋਇਆ ਜਿਹੜਾ ਉਹਨੂੰ ਸਮਝਿਆ ਜਾਂਦਾ ਕਿ ਸਾਰਿਆਂ ਦੇ ਉੱਤੇ ਆ, ਤੇ ਸਾਰਿਆਂ ਵੱਲੋਂ ਫਿਰ ਉਸ ਦਾ ਜਵਾਬ ਦਿੱਤਾ ਜਾਂਦਾ। ਇਹੀ ਵਜ੍ਹਾ ਆ ਜਿਹੜੀ ਆਪਾਂ ਬਾਰ-ਬਾਰ ਇਹ ਗੱਲ ਸੁਣਦੇ ਆ ਕਿ ਕੀ ਜਦੋਂ ਰਸ਼ੀਆ ਦੇ ਨਾਲ ਜਦੋਂ ਜੰਗ ਦੀ ਸ਼ੁਰੂਆਤ ਹੁੰਦੀ ਆ, ਕਿਉਂਕਿ ਵੀ ਕੀ ਜਿਹੜਾ ਨੇਟੋ ਵੱਲੋਂ ਵੀ ਕੋਈ ਜਵਾਬ ਦਿੱਤਾ ਜਾਵੇਗਾ, ਕਿਉਂਕਿ ਜੇ ਨੇਟੋ ਦਾ ਮਤਲਬ ਇਹ ਆ ਕਿ 30 ਮੁਲਕ, ਫਿਰ ਤਾਂ ਓਬਵੀਅਸਲੀ ਇੱਕ ਤਰੀਕੇ ਦੀ ਵਿਸ਼ਵ ਵਾਰ ਹੀ ਆ। ਤੁਹਾਨੂੰ ਯਾਦ ਹੋਣਾ ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜੀ ਆ ਪੋਲੈਂਡ ਦੇ ਵਿੱਚ ਇੱਕ ਘਟਨਾ ਹੋਈ ਸੀ। ਪੋਲੈਂਡ ਦਾ ਜਿਹੜਾ ਇੱਕ ਸਰਹੱਦ ਦੇ ਨਾਲ, ਜਿਹੜੀ ਯੂਕਰੇਨ ਦੀ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡਾਂ ਦੇ ਵਿੱਚ ਉੱਥੇ ਆ ਕੇ ਜਿਹੜਾ ਇਹ ਰੌਕਟ ਕਾਈਂਡ ਆਫ ਉੱਥੇ ਜਿਹੜਾ ਹਮਲਾ ਹੋਇਆ ਦੱਸੀਦਾ ਸੀ। ਤੇ ਉਹਦੇ ਵਿੱਚ ਉਦੋਂ ਤਕਰੀਬਨ ਕਹਿ ਲਓ ਕਿ ਸਾਰੇ ਪਾਸੇ ਰਾਤ ਨੂੰ ਤਾਰਾਂ ਖੜਕ ਗਈਆਂ ਸੀ ਕਿ ਕੀ ਇਹ ਰਸ਼ੀਆ ਦਾ ਹਥਿਆਰ ਆ, ਕੀ ਰਸ਼ੀਆ ਦੇ ਵੱਲੋਂ ਅਟੈਕ ਆ, ਕਿ ਜੇ ਰਸ਼ੀਆ ਦਾ ਇਹ ਹਥਿਆਰ ਆ ਤਾਂ ਕੀ ਇਹ ਜਿਹੜਾ ਫਿਰ ਤਾਂ ਇਹਨੂੰ ਨੇਟੋ ਕੰਟਰੀ ਦੇ ਉੱਤੇ ਜਿਹੜਾ ਹਮਲਾ ਤਸੱਵਰ ਕੀਤਾ ਜਾਣਾ, ਤੇ ਉਹਦੇ ਨਾਲ ਫਿਰ ਜਿਹੜਾ ਨੇਟੋ ਵੱਲੋਂ ਵੀ ਅਟੈਕ ਕੀਤਾ ਜਾ ਸਕਦਾ। ਪਰ ਚਲੋ ਉਹ ਸਥਿਤੀ ਨੂੰ ਜਿਹੜੀ ਸੰਭਲ ਗਈ ਉਹ ਦੁਨੀਆ, ਖਾਸ ਕਰਕੇ ਭਾਰਤ, ਪਾਕਿਸਤਾਨ ਅਤੇ ਯੂਕੇ ਦੀਆਂ ਮੁੱਖ ਖਬਰਾਂ ਆਪਾਂ ਤੁਹਾਡੇ ਨਾਲ ਆਪਣੇ ਪਲੇਟਫਾਰਮ ਤੋਂ ਮਾਂ ਬੋਲੀ ਪੰਜਾਬੀ ਵਿੱਚ ਸਾਂਝੀਆਂ ਕਰਦੇ ਹਾਂ। ਆਸ ਹੈ ਕਿ ਤੁਹਾਨੂੰ ਸਾਡਾ ਕੰਮ ਚੰਗਾ ਲੱਗਦਾ ਹੋਵੇਗਾ, ਅਤੇ ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਹੈ ਤੇ ਤੁਸੀਂ ਟਿਕਟੌਕ ਤੇ ਸਾਨੂੰ ਸੁਣ ਰਹੇ ਹੋ ਤਾਂ ਆਪਣੇ ਇਸ ਪੇਜ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਨਾ। ਅਤੇ ਜੇਕਰ ਤੁਸੀਂ ਸਾਨੂੰ youtube.com/@ds-somal ਤੇ ਸੁਣ ਰਹੇ ਹੋ ਤਾਂ DS Somal ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਦੇਣਾ। ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ। ਹੁਣ ਜਿਹੜਾ ਮੈਂ ਜਿਹੜਾ ਪੜ੍ਹ ਰਿਹਾ ਸੀਗਾ, ਇਹਦੇ ਵਿੱਚ ਵੈਸੇ ਇਹ ਗੱਲ ਪਹਿਲਾਂ ਤੋਂ ਹੀ ਕਹੀ ਜਾ ਰਹੀ ਆ, ਪ੍ਰੈਜ਼ੀਡੈਂਟ ਪੁਤਿਨ ਵੱਲੋਂ ਵੀ ਇਹ ਗੱਲ ਕਹੀ ਗਈ ਆ, ਤੇ ਨੈਟੋ ਦੇ ਜਿਹੜੇ ਸੈਕਟਰੀ ਜਨਰਲ ਆ ਜੈਂਸ ਸਟੋਲਟਨਬਰਗ, ਉਹਨਾਂ ਵੱਲੋਂ ਵੀ ਇਹ ਗੱਲ ਕਈ ਵਾਰ ਆਖੀ ਗਈ ਆ ਕਿ ਜਿਹੜਾ ਰਸ਼ੀਆ ਨੇ ਜਦੋਂ ਯੂਕਰੇਨ ਉੱਤੇ ਅਟੈਕ ਕੀਤਾ ਸੀ, ਉਹਨਾਂ ਦਾ ਸੀਗਾ ਦਾਅਵਾ ਵੀ ਇਹ ਸੀ, ਜਾਂ ਉਹਨਾਂ ਦਾ ਕਿਤੇ ਨਾ ਕਿਤੇ ਮੰਤਵ ਵੀ ਇਹ ਸੀ ਕਿ ਅਸੀਂ ਜਿਹੜੀ ਨੇਟੋ ਦਾ ਵਿਸਥਾਰ ਆ, ਅਸੀਂ ਉਹਨੂੰ ਘੱਟ ਕਰੀਏ, ਜਾਂ ਨੇਟੋ ਜਿਹੜੀ ਸਾਡੇ ਤੇ ਇੱਕ ਤਰੀਕੇ ਨਾਲ ਕਿਉਂਕਿ ਰਸ਼ੀਆ ਇਸ ਨੂੰ ਇੱਕ ਸੀਰੀਅਸ ਥ੍ਰੈਟ ਮੰਨਦੀ ਆ ਕਿ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰੋਲ ਕਰ ਸਕੀਏ। ਹੁਣ ਇੱਥੇ ਇਹ ਵੀ ਗੱਲ ਆ ਕਿ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦਾ ਇਹ ਵੀ ਕਹਿਣਾ ਆ ਯੂਕਰੇਨ ਵਾਰ ਨੂੰ ਲੈ ਕੇ ਵੀ ਕਿ ਜਿਹੜਾ ਨੇਟੋ ਨੂੰ ਵੀ ਰਸ਼ੀਆ ਦੀਆਂ ਸਰਹੱਦਾਂ ਦੇ ਲਾਗੇ ਤੱਕ ਨਹੀਂ ਜਾਣਾ ਚਾਹੀਦਾ। ਓਬਵੀਅਸਲੀ ਫਿਰ ਕੋਈ ਵੀ ਕੰਟਰੀ ਜਿਹੜੀ ਆ ਰਿਟੈਲੀਏਟ ਕਰਦੀ ਆ, ਪਰ ਆਪਾਂ ਨੂੰ ਪਤਾ ਕਿ ਹਜੇ ਤਾਂ ਅਫੀਸ਼ੀਅਲੀ ਕੁਛ ਵੀ ਇੱਦਾਂ ਦਾ ਨਹੀਂ ਸੀ ਹੋਇਆ। ਇਹ ਸਿਰਫ ਜਿਹੜੀਆਂ ਕਿਆਸ ਆਰਾਈਆਂ ਹੀ ਸੀ ਕਿ ਕੀ ਯੂਕਰੇਨ ਨੇਟੋ ਦੇ ਵਿੱਚ ਸ਼ਾਮਲ ਹੋਵੇਗਾ, ਜਾਂ ਯੂਕਰੇਨ ਜਿਹੜਾ ਆ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ। ਯੂਰਪੀਅਨ ਯੂਨੀਅਨ ਦੇ ਵਿੱਚ ਜਿਹੜੀ ਆ ਸ਼ਾਮਲ ਹੋਣ ਲਈ ਐਪਲੀਕੇਸ਼ਨ ਵੀ ਉਹਨਾਂ ਨੇ ਐਕਚੁਅਲੀ ਇਸ ਰਸ਼ੀਆ ਨੇ ਜਦੋਂ ਪੈਰ ਪਾਇਆ ਯੂਕਰੇਨ ਦੇ ਵਿੱਚ, ਉਸ ਤੋਂ 24 ਫੈਬਰਵਰੀ 2022 ਤੋਂ ਬਾਅਦ ਹੀ ਕੀਤੀ ਆ। ਹਜੇ ਜਿਹੜਾ ਨੇਟੋ ਦੇ ਵਿੱਚ ਜੁਆਇਨ ਹੋਣ ਦੀ ਤਾਂ ਗੱਲ ਦੂਰ ਦੀ ਸੀਗੀ, ਪਰ ਖੈਰ ਰਸ਼ੀਆ ਦੇ ਵੱਲੋਂ ਜਿਹੜਾ ਆਪਾਂ ਨੂੰ ਪਤਾ ਕਿ ਬੀਤੇ ਸਾਲ ਜਿਹੜਾ ਉਹਨਾਂ ਵੱਲੋਂ ਅਟੈਕ ਕਰ ਦਿੱਤਾ ਗਿਆ, ਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਬਾਰ-ਬਾਰ ਜਿਹੜੇ ਆ ਨੇਟੋ ਲੀਡਰਸ ਵੱਲੋਂ ਜਾਂ ਨੇਟੋ ਦੇ ਜਿਹੜੇ ਜਨਰਲ ਆਪਣੇ ਸੈਕਟਰੀ ਆ ਉਹਨਾਂ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਕਿ ਉਹਨਾਂ ਨੇ ਸੋਚਿਆ ਤਾਂ ਇਹ ਸੀ ਕਿ ਸਾਨੂੰ ਉਹ ਘੱਟ ਕਰਨਗੇ ਜਾਂ, ਪਰ ਇਹਦਾ ਉਲਟਾ ਅਸਰ ਹੋ ਰਿਹਾ, ਕਿਉਂਕਿ ਜਿਹੜਾ ਫਿਨਲੈਂਡ ਆ ਜਾਂ ਸਵੀਡਨ ਆ, ਇਹਨਾਂ ਦੀ ਆਮ ਤੌਰ ਤੇ ਜਿਹੜੀ ਆ ਨੀਤੀ ਰਹੀ ਆ ਉਹ ਜਿਹੜਾ ਨੌਨ ਅਲਾਈਨ ਹੀ ਰਹੇ ਆ। ਇਹ ਸ਼ਬਦ ਆਪਾਂ ਪਹਿਲੇ ਸਮਿਆਂ ਦੇ ਵਿੱਚ ਭਾਰਤ ਦੇ ਲਈ ਬਹੁਤ ਸੁਣਦੇ ਰਹੇ ਆ, ਜਦੋਂ ਕਿ ਕੋਲਡ ਵਾਰ ਦਾ ਟਾਈਮ ਸੀ ਕਿ ਇੰਡੀਆ ਨੌਨ ਅਲਾਈਨ ਜਿਹੜੀ ਨੀਤੀ ਰੱਖਦਾ ਵੀ, ਕਿਸੇ ਦੇ ਨਾਲ ਵੀ ਨਹੀਂ ਇਹ ਜਿਹੜੀਆਂ ਦੋ ਤਾਕਤਾਂ ਦੇ ਵਿੱਚ ਜੰਗ ਚੱਲ ਰਹੀ ਆ। ਸੋ ਫਿਨਲੈਂਡ ਦੇ ਵੱਲੋਂ ਵੀ ਇਸੇ ਤਰੀਕੇ ਦਾ ਜਿਹੜਾ ਪ੍ਰਗਟਾਵਾ ਕੀਤਾ ਜਾਂਦਾ ਰਿਹਾ ਇੱਥੇ, ਕਿਉਂਕਿ ਫਿਨਲੈਂਡ ਜਿਹੜਾ ਆ ਇਹਦਾ ਰੂਸ ਦੇ ਨਾਲ 1300 ਕਿਲੋਮੀਟਰ ਦਾ ਬਾਰਡਰ ਆ, ਤੇ ਕਾਫੀ ਵੱਡਾ ਬਾਰਡਰ ਆ। ਆਪਾਂ ਸਮਝ ਸਕਦੇ ਹਾਂ ਕਿ 1300 ਕਿਲੋਮੀਟਰ ਦਾ ਬਾਰਡਰ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ, ਤੇ ਇਹਨੂੰ ਤੁਸੀਂ ਬਿਲਕੁਲ, ਤੇ ਇਹਨੂੰ ਫਿਰ ਤੁਹਾਨੂੰ ਲੁੱਕ ਆਫਟਰ ਵੀ ਕਰਨੀ ਪੈਣੀ ਆ। ਹੁਣ ਬੀਤੇ ਰੋਜ਼ ਜਿਹੜਾ ਇਸ ਸਟੇਟਮੈਂਟ ਦੇ ਜਿਹੜਾ ਇਹ ਤੇ ਉਹਨਾਂ ਨੇ ਰਿਸਪੌਂਸ ਕੀਤਾ ਰਸ਼ੀਆ ਨੇ, ਉਹਨਾਂ ਨੇ ਇਹੀ ਗੱਲ ਕਹੀ ਆ ਕਿ ਅਸੀਂ ਸਰਹੱਦੀ ਜਿਹੜੇ ਸਾਡੇ ਇਲਾਕੇ ਆ ਉਹਦੇ ਵਿੱਚ ਅਸੀਂ ਆਪਣੀ ਫੋਰਸ ਦੀ ਜਿਹੜੀ ਗਿਣਤੀ ਵਧਾਵਾਂਗੇ। ਹੁਣ ਇਹ ਬਿਆਨ ਤਾਂ ਓਬਵੀਅਸਲੀ ਹਰੇਕ ਸਟੇਟ ਵੱਲੋਂ ਦਿੱਤਾ ਹੀ ਜਾਂਦਾ, ਪਰ ਆਪਾਂ ਨੂੰ ਪਤਾ ਕਿ ਇਹਦੀ ਕੋਸਟ
ਬਹੁਤ ਜ਼ਿਆਦਾ ਹੋਣੀ ਆ। ਤੇ ਫਿਰ ਤੁਹਾਨੂੰ ਜਿਸ ਤਰੀਕੇ ਨਾਲ ਪਹਿਲਾਂ ਰਸ਼ੀਆ ਨੂੰ ਯੂਕਰੇਨ ਦੇ ਅੰਦਰ ਜਿਵੇਂ ਉਹਨਾਂ ਨੂੰ ਆਪਣਾ ਜਿਹੜਾ ਉਹਨਾਂ ਦਾ ਸੈਨਿਕ ਜਿਹੜੇ ਆ ਉਹਨਾਂ ਨੂੰ ਸੱਦਣੇ ਪਏ ਆ, ਜਿਹੜੇ ਬੈਠੇ ਸੀਗੇ ਉਹਨਾਂ ਦੇ ਵਿੱਚੋਂ ਬੁਲਾਉਣੇ ਪਏ ਆ, ਤਾਂ ਫਿਰ ਇਹ 1300 ਕਿਲੋਮੀਟਰ ਸਰਹੱਦ ਦੇ ਨਾਲ ਦੀ ਤੁਸੀਂ ਰਾਖੀ ਕਰਨੀ, ਇਟਸ ਨਾਟ ਅ ਈਜ਼ੀ ਟਾਸਕ ਫॉर them। ਸੋ ਇਹਦੇ ਵਿੱਚ ਜਿਹੜਾ ਫਿਨਲੈਂਡ ਤੇ ਸਵੀਡਨ ਨੇ ਦੋਨਾਂ ਨੇ ਇਕੱਠਿਆਂ ਨੇ ਜਿਹੜੀ ਇਹ ਐਪਲੀਕੇਸ਼ਨ ਕੀਤੀ ਸੀਗੀ, ਤੇ ਫਿਨਲੈਂਡ ਦੇ ਵੱਲੋਂ ਇਹ ਜਿਹੜੀ ਐਪਲੀਕੇਸ਼ਨ ਸੀਗੀ ਇਹਨੂੰ ਨੇਟੋ ਵੱਲੋਂ ਸਵੀਕਾਰ ਕਰ ਲਿਆ ਗਿਆ। ਇਹਦੇ ਵਿੱਚ ਜ਼ਰੂਰੀ ਸੀ ਕਿ ਜਿੰਨੇ 30 ਦੇ 30 ਮੁਲਕ ਆ ਉਹਨਾਂ ਦੇ ਵੱਲੋਂ ਜਿਹੜੀ ਆ ਇਹਨੂੰ ਸਵੀਕਾਰਿਆ ਜਾਵੇ। ਤੇ ਇਹ ਟਰਕੀ ਜਿਹੜਾ ਆਖਰੀ ਮੁਲਕ ਸੀਗਾ ਜਿਹੜਾ ਕਿ ਇਹਦੇ ਵਿੱਚ ਰੁਕਾਵਟ ਸੀਗਾ, ਇਹਨਾਂ ਦੋਹਾਂ ਮੁਲਕਾਂ ਦੇ ਲਈ, ਫਿਨਲੈਂਡ ਦੇ ਲਈ ਵੀ ਤੇ ਸਵੀਡਨ ਦੇ ਲਈ ਵੀ। ਸਵੀਡਨ ਦੇ ਨਾਲ ਹਜੇ ਵੀ ਉਹਨਾਂ ਦੇ ਜਿਹੜੇ ਕੁਝ ਕੁ ਮਸਲੇ ਆ ਉਹ ਸੋਲਵ ਨਹੀਂ ਹੋਏ। ਟਰਕੀ ਦਾ ਇਹ ਕਹਿਣਾ ਸੀਗਾ ਕਿ ਕੁਝ ਕੁ ਗਰੁੱਪ ਇੱਦਾਂ ਦੇ ਆ ਜਿਨ੍ਹਾਂ ਨੂੰ ਟਰਕੀ ਦੇ ਵੱਲੋਂ ਦਹਿਸ਼ਤਗਰਦ ਗਰੁੱਪ ਜਿਹੜਾ ਸਮਝਿਆ ਜਾਂਦਾ ਜਾਂ ਉਹਨਾਂ ਨੂੰ ਐਜ਼ ਅ ਟੈਰਰਿਸਟ ਗਰੁੱਪ ਦੇਖਿਆ ਜਾਂਦਾ। ਸੋ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜਾ ਫਿਨਲੈਂਡ ਆ ਉਹ ਉਹਨਾਂ ਦੇ ਉੱਤੇ ਜਿਹੜਾ ਪਾਬੰਦੀਆਂ ਲਾਵੇ ਜਾਂ ਉਹਨਾਂ ਦੇ ਉੱਤੇ ਜਿਹੜੀਆਂ ਵੀ ਕਾਰਵਾਈਆਂ ਟਰਕੀ ਚਾਹੁੰਦਾ ਉਹ ਕਰੇ। ਸੋ ਬੀਤੇ ਹਫ਼ਤੇ ਦੇ ਵਿੱਚ ਜਿਹੜਾ ਟਰਕੀ ਦੇ ਪਾਰਲੀਮੈਂਟ ਦੇ ਅੰਦਰ ਵੀ ਜਿਹੜਾ ਟਰਕੀ ਦੇ ਵੱਲੋਂ ਇਹ ਗੱਲ ਦੱਸ ਦਿੱਤੀ ਗਈ ਸੀ ਕਿ ਜਿਹੜਾ ਫਿਨਲੈਂਡ ਦੇ ਵੱਲੋਂ ਜਿਹੜੇ ਆ ਪ੍ਰੋਮਿਸਿਸ ਕੀਤੇ ਗਏ ਆ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਸਾਰਥਕ ਕਦਮ ਵੀ ਚੁੱਕੇ ਆ। ਬੀਤੇ ਹਫ਼ਤੇ ਜਿਹੜਾ ਸੀਗਾ ਟਰਕੀ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਇਹਦੇ ਤੇ ਵੋਟ ਕੀਤਾ ਸੀਗਾ ਕਿ ਤੁਸੀਂ ਜਿਹੜਾ ਫਿਨਲੈਂਡ ਆ ਹੁਣ ਉਹ ਨੇਟੋ ਦੇ ਵਿੱਚ ਜੁਆਇਨ ਕਰ ਸਕਦਾ, ਤੇ ਉਹਨਾਂ ਨੇ ਸਵੀਡਨ ਨੂੰ ਹਜੇ ਵੀ ਜਿਹੜੀ ਸਵੀਡਨ ਦੀ ਅਰਜ਼ੀ ਆ ਉਹਨੂੰ ਹਜੇ ਵੀ ਹੋਲਡ ਦੇ ਉੱਤੇ ਰੱਖਿਆ ਹੋਇਆ। ਨੇਟੋ ਦੇ ਜਿਹੜੇ ਸਟੋਲਟਨਬਰਗ ਆ ਉਹਨਾਂ ਨੇ ਇਹ ਗੱਲ ਆਖੀ ਆ ਕਿ ਪ੍ਰੈਜ਼ੀਡੈਂਟ ਪੁਤਿਨ ਜਿਹੜੇ ਆ ਉਹ ਯੂਕਰੇਨ ਦੇ ਅੰਦਰ ਜੰਗ ਦੇ ਵਿੱਚ ਤਾਂ ਇਹ ਕਲੀਅਰ ਨਿਸ਼ਾਨਾ ਲੈ ਕੇ ਗਏ ਸੀ ਕਿ ਉਹਨਾਂ ਨੂੰ ਨੇਟੋ ਦੇ ਵਿੱਚ ਕਮੀ ਦੇਖਣ ਨੂੰ ਮਿਲੇਗੀ, ਪਰ ਉਹਨਾਂ ਨੂੰ ਐਗਜ਼ੈਕਟ ਆਪੋਜ਼ਿਟ ਕਿ ਇਹਦਾ ਬਿਲਕੁਲ ਉਹਨਾਂ ਨੂੰ ਮੁਖਾਲਫ ਚੀਜ਼ ਦੇਖਣ ਨੂੰ ਮਿਲੀ ਆ। ਸੋ ਅੱਜ ਉੱਥੇ ਜਿਹੜਾ ਨੇਟੋ ਦਾ ਹੈੱਡਕੁਆਟਰ ਆ ਜੀ, ਉੱਥੇ ਪਹਿਲੀ ਵਾਰ ਅੱਜ ਜਿਹੜਾ ਫਿਨਲੈਂਡ ਦਾ ਝੰਡਾ ਲੱਗ ਜਾਣਾ। ਫਿਨਲੈਂਡ ਦੀ ਜਿਹੜੀ ਆ ਸਿਆਸੀ ਧਿਰ ਆ ਜਾਂ ਜਿਹੜੀ ਉਹਨਾਂ ਨੂੰ ਰਨ ਕਰ ਰਹੀ ਆ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਨੂੰ ਇੱਕ ਇਤਿਹਾਸਕ ਗੱਲ ਦੱਸਿਆ ਜਾ ਰਿਹਾ। ਹੁਣ ਇਸ ਤੋਂ ਬਾਅਦ ਜਿਵੇਂ ਤੁਸੀਂ ਅੰਤਰਰਾਸ਼ਟਰੀ ਹਾਲਾਤਾਂ ਦੀ ਗੱਲ ਕੀਤੀ ਆ ਉਹ ਕਿੱਧਰ ਨੂੰ ਜਾਂਦੇ ਆ, ਕਿਉਂਕਿ ਹੁਣ ਰਸ਼ੀਆ ਦੇ ਵੱਲੋਂ ਵੀ ਇਹ ਬਾਰ-ਬਾਰ ਕਿਹਾ ਜਾਣਾ ਕਿ ਦੇਖੋ ਸਾਡੇ ਬਾਰਡਰ ਤੱਕ ਆ ਗਏ ਨੇ ਨੇਟੋ ਦੇ, ਹੁਣ ਇਹਨਾਂ ਨੂੰ ਵੀ ਸੌਖ ਹੋ ਜਾਣੀ ਆ ਕਿ ਤੁਹਾਡੇ ਜੇ ਫਿਨਲੈਂਡ ਦੇ ਅੰਦਰ ਤੱਕ ਤੁਹਾਡੇ ਡਰੋਨਸ ਵਗੈਰਾ ਨੇਟੋ ਦੀ ਜਿਹੜੀ ਆ ਮਿਲਟਰੀ ਇਹਨਾਂ ਦੀਆਂ ਐਕਸਰਸਾਈਜ਼ਸ ਤਾਂ ਖੈਰ ਹੁੰਦੀਆਂ ਪਹਿਲਾਂ ਵੀ, ਜੇ ਜ਼ਿਆਦਾ ਹੋਣਗੀਆਂ ਸੋ ਇਹਨਾਂ ਦੇ ਲਈ ਵੀ ਈਜ਼ੀ ਹੋਣਾ। ਤੇ ਕਿਉਂਕਿ ਅੰਤਰਰਾਸ਼ਟਰੀ ਜਿਵੇਂ ਜਿਹੜੇ ਹਾਲਾਤ ਆ ਤੁਸੀਂ ਉਹਨਾਂ ਦੇ ਵਿੱਚ ਵੈਸੇ ਵੀ ਪਿਛਲੇ ਖਾਸ ਕਰਕੇ ਜਦੋਂ ਦੀ ਆ ਜੰਗ ਦੀ ਸ਼ੁਰੂਆਤ ਹੋਈ ਆ ਕਸ਼ੀਦਗੀ ਚੱਲ ਰਹੀ ਆ, ਕਿਉਂਕਿ ਚਾਈਨਾ ਤੇ US ਦਾ ਜਿਹੜਾ ਕਹਿ ਲਓ ਕਿ ਮਸਲਾ ਆ ਉਹ ਵੀ ਲਗਾਤਾਰ ਹੀ ਇਸੇ ਤਰੀਕੇ ਨਾਲ ਚੱਲ ਰਿਹਾ। ਉਹ ਡਾਕਟਰ ਸ਼ਾਹਿਦ ਮਸੂਦ ਆ ਉਹ ਆਮ ਤੌਰ 'ਤੇ ਸ਼ਬਦ ਯੂਜ਼ ਕਰਦੇ ਹੁੰਦੇ ਕਿ ਚਾਈਨਾ ਤੇ US ਦਾ ਜਿਹੜਾ ਫੱਡਾ ਆ ਇਹਨੇ ਬਹੁਤ ਜਿਹੜਾ ਮਸਲਾ ਖੜਾ ਕੀਤਾ ਹੋਇਆ। ਸੋ ਹੁਣ ਦੀ ਵੀ ਮੈਂ ਇੱਕ ਰਿਪੋਰਟ ਦੇਖ ਰਿਹਾ ਸੀਗਾ, ਉਹਦੇ ਵਿੱਚ ਜਿਹੜੇ ਆ ਆਪਣੇ ਤਾਈਵਾਨ ਦੇ ਜਿਹੜੇ ਆ ਆਗੂ ਆ ਉਹ ਪਹੁੰਚੇ ਹੋਏ ਆ ਉੱਥੇ US ਤੇ ਉਹਨਾਂ ਨੇ ਕਿਹਾ ਕਿ ਚਾਈਨਾ ਨੇ ਸਟੇਟਮੈਂਟ ਦਿੱਤੀ ਆ ਕਿ ਉਹ ਜਿਹੜੇ ਆ US ਦੇ ਜਿਹੜੇ ਹਾਊਸ ਸਪੀਕਰ ਆ ਉਹਨੂੰ ਨਾ ਮਿਲਣ। ਜਿਹੜੇ ਤਾਈਵਾਨ ਪ੍ਰੈਜ਼ੀਡੈਂਟ ਉੱਥੇ ਪਹੁੰਚੇ ਹੋਏ ਆ, ਆਪਾਂ ਨੂੰ ਪਤਾ ਕਿ ਇਸ ਤੋਂ ਪਹਿਲਾਂ ਜਿਹੜੇ US ਦੇ ਹਾਊਸ ਸਪੀਕਰ ਸੀਗੇ ਨੈਂਸੀ ਪੈਲੋਸੀ ਉਹ ਤਾਈਵਾਨ ਜਦੋਂ ਪਹੁੰਚੇ ਸੀਗੇ ਤੇ ਖਾਸਾ ਰੌਲਾ ਰੱਪਾ ਪਿਆ ਸੀ, ਤੇ ਚਾਈਨਾ ਨੇ ਖਾਸੀ ਇਹਦੇ ਬਾਰੇ ਜਿਹੜੀ ਆ ਅੰਤਰਰਾਸ਼ਟਰੀ ਪੱਧਰ ਤੇ ਆ ਕੇ ਉਹਨਾਂ ਨੇ ਆਪਣੀ ਜਿਹੜੀ ਨਾਰਾਜ਼ਗੀ ਜਤਾਈ ਸੀ, ਕਿਉਂਕਿ ਚਾਈਨਾ ਜਿਹੜਾ ਉਹ ਤਾਈਵਾਨ ਨੂੰ ਆਪਣੇ ਮੁਲਕ ਦਾ ਹਿੱਸਾ ਸਮਝਦਾ। ਸੋ ਬਾਕੀ US ਵੱਲੋਂ ਵੀ ਜਾਂ ਬਾਕੀ ਤਾਈਵਾਨ ਨੂੰ ਇੱਕ ਅਲੱਗ ਦੇਸ਼ ਦੇ ਤੌਰ ਤੇ ਦੇਖਿਆ ਜਾਂਦਾ। ਸੋ ਜਿਹੜੀਆਂ ਟੈਨਸ਼ਨਸ ਨੇ ਉਹ ਤਾਂ ਕਾਫੀ ਜ਼ਿਆਦਾ ਹਾਈ ਨੇ, ਇਸ ਕਰਕੇ ਦੇਖਦੇ ਹਾਂ ਅੰਤਰਰਾਸ਼ਟਰੀ ਮਾਹੌਲ ਦੇ ਵਿੱਚ ਕੀ ਹੁੰਦਾ ਹੁਣ।